हाँ जी, ਵੈਲਕਮ ਟੂ ਮਾਈ YouTube ਚੈਨਲ ਸੁਖਪ੍ਰੀਤ ਅਕੈਡਮੀ। ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਟੀਚਿੰਗ ਆਫ ਸਾਇੰਸ ਜਾਂ ਫਿਰ ਸਾਇੰਸ ਪੈਡਾਗੋਜੀ ਦਾ ਸਾਇੰਸ ਟੈਕਸਟ ਬੁੱਕ, ਉਹਦਾ ਮੀਨਿੰਗ, ਇੰਪੋਰਟੈਂਸ, ਕੁਆਲਿਟੀਜ਼ ਅਤੇ ਇੱਕ ਸਾਇੰਸ ਟੈਕਸਟ ਬੁੱਕ ਦੀ ਆਪਾਂ ਐਨਾਲਿਸਿਸ ਕਿਵੇਂ ਕਰ ਸਕਦੇ ਹਾਂਗੇ ਉਹ ਡਿਸਕਸ ਕਰਾਂਗੇ। ਇਹ ਟੌਪਿਕ PS ਟੈਟ ਅਤੇ ਸੀ ਟੈਟ ਦੇ ਵਿੱਚ ਵੀ ਉਨਾ ਹੀ ਇੰਪੋਰਟੈਂਟ ਹੈ। ਪੈਡਾਗੋਜੀ ਦੇ ਵਿੱਚ ਇਹ ਕੁਐਸਚਨਸ ਇਹਦੇ 'ਚੋਂ ਪੁੱਛੇ ਜਾਂਦੇ ਨੇਗੇ, ਤਾਂ ਜ਼ਰੂਰੀ ਹੈ ਕਿ ਤੁਹਾਡਾ ਕਨਸੈਪਟ ਹੈ ਜਿਹੜਾ ਉਹ ਕਲੀਅਰ ਹੋਵੇ। ਵੇਖਣ 'ਚ ਬਹੁਤ ਈਜ਼ੀ ਜਿਹਾ ਟੌਪਿਕ ਹੈ ਇਹ। ਸਭ ਤੋਂ ਪਹਿਲਾਂ ਆ ਗਈ ਇੰਟਰੋਡਕਸ਼ਨ। ਟੈਕਸਟ ਬੁੱਕਸ ਕੀ ਨੇਗੀਆਂ? ਕਹਿੰਦੇ ਇਹ ਆਲ ਇੰਸਟਰਕਸ਼ਨਲ ਮਟੀਰੀਅਲਸ ਜਿਹਦੇ ਵਿੱਚ ਮੋਸਟ ਵਾਈਡਲੀ ਯੂਜ਼ਡ ਹੁੰਦਾ ਹੈਗਾ, ਹੈ ਨਾ। ਜਿੰਨਾ ਵੀ ਕੁਛ ਆਪਾਂ ਅੱਜ ਦੇ ਟਾਈਮ ਦੇ ਵਿੱਚ ਇੱਕ ਟੈਕਸਟ ਬੁੱਕ ਹੀ ਕੋਰਸ ਆਫ ਸਟੱਡੀ ਹੈਗਾ। ਹਰ ਇੱਕ ਸਿਲੇਬਸ ਦਾ ਹਰ ਇੱਕ ਪਾਰਟ ਟੈਕਸਟ ਬੁੱਕ ਦੇ ਵਿੱਚ ਕਵਰ ਹੁੰਦਾ ਹੈਗਾ। ਇਹ ਅ ਸੈਟ ਆਫ ਯੂਨਿਟ ਪਲਾਨਸ ਐਂਡ ਅ ਲਰਨਿੰਗ ਗਾਈਡ ਐਜ਼ ਵੈਲ ਐਜ਼ ਯੂਨਿਟਸ ਨੂੰ ਪ੍ਰੋਪਰਲੀ ਉਹਦੇ 'ਚ ਪਲਾਨ ਕੀਤਾ ਹੁੰਦਾ ਹੈਗਾ। ਅਤੇ ਇੱਕ ਆਪਾਂ ਨੂੰ ਲਰਨਿੰਗ ਗਾਈਡ ਮੀਨਸ ਆਪਾਂ ਨੂੰ ਗਾਈਡ ਕਰਦੀ ਹੈ ਕਿ ਤੁਸੀਂ ਪਹਿਲਾਂ ਕੀ ਕਵਰ ਕਰਨਾ ਹੈ, ਫਿਰ ਕੀ ਕਰਨਾ ਹੈ ਨਾ। ਸਿਲੇਬਸ ਵਾਈਜ਼, ਯੂਨਿਟ ਵਾਈਜ਼ ਉਹਦੇ ਵਿੱਚ ਲੈਸਨਸ ਬਣੇ ਹੁੰਦੇ ਨੇਗੇ। ਤਾਂ ਦੇਰ ਇਜ਼ ਅ ਸੇਇੰਗ, ਕਹਿੰਦੇ ਐਜ਼ ਇਜ਼ ਦਾ ਟੈਕਸਟ ਬੁੱਕ ਸੋ ਇਜ਼ ਦਾ ਟੀਚਿੰਗ ਐਂਡ ਲਰਨਿੰਗ। ਜਿੱਦਾਂ ਦੀ ਬੁੱਕ ਹੋਊਗੀ ਟੈਕਸਟ ਬੁੱਕ, ਉੱਦਾਂ ਦੀ ਹੀ ਟੀਚਿੰਗ ਹੋਊਗੀ, ਉੱਦਾਂ ਦੀ ਹੀ ਲਰਨਿੰਗ ਹੋਊਗੀ। ਬੇਟਾ ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਜਦੋਂ ਵੀ ਟੈਕਸਟ ਬੁੱਕ ਦੀ ਗੱਲ ਆਉਂਦੀ ਹੈ, ਜਿਵੇਂ ਸਾਇੰਸ ਟੈਕਸਟ ਬੁੱਕ ਹੈ ਤੁਹਾਡੇ ਸਿਲੇਬਸ ਵਿੱਚ, ਹੈ ਨਾ, B.Ed 'ਚ, ਤਾਂ ਉਹ ਸਕੂਲ ਲੈਵਲ ਤੱਕ ਦੀ ਗੱਲ ਹੋ ਰਹੀ ਹੈ। ਕਾਲਜਿਸ ਦੇ ਵਿੱਚ ਆ ਕੇ ਟੈਕਸਟ ਬੁੱਕਸ ਦਾ ਕੰਸੈਪਟ ਬਹੁਤ ਹੱਦ ਤੱਕ ਖਤਮ ਹੋ ਜਾਂਦਾ ਹੈਗਾ। ਮਤਲਬ ਮੈਥਸ ਵਗੈਰਾ ਦੀਆਂ ਰਹਿ ਜਾਂਦੀਆਂ ਨਾ, ਅਦਰਵਾਈਜ਼ ਹਿਸਟਰੀ, ਪੋਲੀਟੀਕਲ ਸਾਇੰਸ, ਜੋਗਰਾਫੀ, ਕਿਉਂਕਿ ਉੱਥੇ ਆਪਾਂ ਬਹੁਤ ਵਾਸਟ ਪੜ੍ਹਨਾ ਹੁੰਦਾ ਹੈਗਾ, ਤਾਂ ਉੱਥੇ ਆਪਾਂ ਇੱਕ ਬੁੱਕ ਤੱਕ ਸੀਮਿਤ ਨਹੀਂ ਰਹਿ ਜਾਂਦੇ, ਹੈ ਨਾ। ਤਾਂ ਇਹ ਜਿਹੜੀ ਇਹ ਗੱਲ ਹੋ ਰਹੀ ਹੈਗੀ ਐਜ਼ ਇਜ਼ ਦਾ ਟੈਕਸਟ ਬੁੱਕ ਸੋ ਇਜ਼ ਦਾ ਟੀਚਿੰਗ ਐਂਡ ਲਰਨਿੰਗ, ਇਹ ਸਕੂਲ ਲੈਵਲ ਦੀ ਟੀਚਿੰਗ ਦੀ, ਸਕੂਲ ਲੈਵਲ ਦੀ ਲਰਨਿੰਗ ਦੀ ਹੀ ਗੱਲ ਹੋ ਰਹੀ ਹੈਗੀ, ਠੀਕ ਹੈ। ਤਾਂ ਸਾਇੰਸ ਟੈਕਸਟ ਬੁੱਕ ਕੀ ਹੈਗਾ? ਤਾਂ ਸਾਇੰਸ ਟੈਕਸਟ ਬੁੱਕ ਏਮਡ at aiding the pupil in the development of their personalities, in development open mindedness, developing appreciation and understanding of nature। ਮਤਲਬ ਇੱਕ ਕਹਿੰਦੇ ਸਾਇੰਸ ਟੈਕਸਟ ਬੁੱਕ ਦਾ ਕੀ ਏਮ ਹੁੰਦਾ ਹੈਗਾ? ਉਹਨਾਂ ਦੀ ਪਰਸਨੈਲਿਟੀਜ਼ ਨੂੰ ਡਿਵੈਲਪ ਕਰਨਾ, ਜਿਹੜੇ ਪਿਊਪਿਲ ਟੀਚਰ ਆ ਗਏ, ਜਿਹੜੇ ਸਟੂਡੈਂਟਸ ਆ ਗਏ, ਹੈ ਨਾ, ਉਹਨਾਂ ਨੂੰ ਓਪਨ ਮਾਈਂਡਡ ਬਣਾਉਣਾ ਸਾਇੰਸ ਟੈਕਸਟ ਬੁੱਕ, ਹੈ ਨਾ। ਅਤੇ ਉਹਨਾਂ ਨੂੰ ਐਪਰੀਸ਼ੀਏਸ਼ਨ, ਡਿਵੈਲਪ ਐਪਰੀਸ਼ੀਏਸ਼ਨ ਮਤਲਬ ਕਿਸੇ ਚੀਜ਼ ਨੂੰ ਐਪਰੀਸ਼ੀਏਟ ਕਰਨਾ। ਇਹ ਹਰ ਇੱਕ 'ਚ ਨਹੀਂ ਹੁੰਦੀ ਇਹ ਕੁਆਲਿਟੀ। ਤੁਸੀਂ ਕਿਸੇ ਦਾ ਕੁਛ ਵਧੀਆ ਵੇਖਦੇ ਹੋ, ਕੋਈ ਕਿਸੇ ਨੇ ਕੁਛ ਵਧੀਆ ਡਿਵੈਲਪ ਕੀਤਾ, ਉਹਨੂੰ ਐਪਰੀਸ਼ੀਏਟ ਕਰਨਾ, ਹੈ ਨਾ। ਅਤੇ ਅੰਡਰਸਟੈਂਡਿੰਗ ਦਾ ਨੇਚਰ ਐਂਡ ਨੋਟ ਮੇਅਰਲੀ ਸਟਫਿੰਗ ਦੇਅਰ ਮਾਈਂਡ ਵਿਦ ਫੈਕਟਸ। ਇਕੱਲੇ ਫੈਕਟਸ ਨਾਲ ਨਹੀਂ ਮਾਈਂਡ ਨੂੰ ਫਿਲ ਕਰਨਾ, ਉਸ ਚੀਜ਼ ਨੂੰ ਸਮਝਣਾ, ਉਹਦੇ ਪਿੱਛੇ ਰੀਜ਼ਨਸ ਕੀ ਆ, ਲੌਜਿਕ ਡਿਵੈਲਪ ਕਰਨਾ, ਠੀਕ ਹੈ। ਇੱਕ ਵਧੀਆ ਟੈਕਸਟ ਬੁੱਕ ਦੀਆਂ ਕੁਆਲਿਟੀਜ਼ ਕੀ ਹੋਣਗੀਆਂ, ਇਹ ਤੁਹਾਡੇ ਸਿਲੇਬਸ ਦੇ ਵਿੱਚ ਵੀ ਆ ਸਾਇੰਸ ਟੈਕਸਟ ਬੁੱਕ ਦੀਆਂ। ਅਤੇ ਇਹ ਸਾਰੀਆਂ ਜਿਹੜੀਆਂ ਮਤਲਬ ਕਰੈਕਟਰਿਸਟਿਕਸ ਆ, ਜਿਵੇਂ ਕੰਟੈਂਟ, ਔਰਗਨਾਈਜੇਸ਼ਨ, ਲਿਟਰੇਰੀ ਸਟਾਈਲ, ਵੋਕੈਬਲਰੀ, ਇਲਸਟ੍ਰੇਸ਼ਨਸ, ਟੀਚਿੰਗ ਏਡਸ, ਮਕੈਨੀਕਲ ਮੇਕਅਪ ਐਂਡ ਅਪੀਅਰੈਂਸ ਅਤੇ ਆਥਰਸ਼ਿਪ। ਇਹ ਆਪਾਂ 1 by 1 ਡਿਸਕਸ ਕਰਦੇ ਹਾਂ। ਫਸਟ ਵਨ ਇਜ਼ ਕੰਟੈਂਟ। The content of the textbook for any one subject matter field is remarkable, uniform, about 85% of the content being common to all of them, ठीक है। The content should be appropriate for the age level and experience background. It should not be too complex. It should be consistent, ਐਕੂਰੇਟ, ਹੈ ਨਾ। ਤਾਂ ਮਤਲਬ ਜਿਹੜਾ ਕੰਟੈਂਟ ਤੁਸੀਂ ਪੜ੍ਹ ਰਹੇ ਹੋ ਸਾਇੰਸ ਟੈਕਸਟ ਬੁੱਕ ਦੇ ਵਿੱਚ, ਸਭ ਤੋਂ ਪਹਿਲਾਂ ਤਾਂ ਉਹ ਐਕੂਰੇਟ ਹੋਣਾ ਜ਼ਰੂਰੀ ਆ। ਅਤੇ ਅਕੋਰਡਿੰਗ ਟੂ ਦਾ ਲੈਵਲ ਆਫ ਸਟੂਡੈਂਟਸ, ਜਿਹੜੀ ਕਲਾਸ ਦੀ ਬੁੱਕ ਹੈ, ਉਹ ਬੱਚਿਆਂ ਦਾ ਲੈਵਲ ਕੀ, ਉਹਨਾਂ ਦੀ ਮੈਮਰੀ ਲੈਵਲ ਕੀ ਆ, ਉਹਨਾਂ ਦਾ ਇਮੈਜੀਨੇਸ਼ਨ ਲੈਵਲ ਕੀ ਹੈਗਾ। ਨਾ ਹੀ ਉਹ ਜ਼ਿਆਦਾ ਕੰਪਲੈਕਸ ਹੋਣਾ ਚਾਹੀਦਾ ਹੈਗਾ, ਹੈ ਨਾ, ਡਿਫੀਕਲਟ ਨਹੀਂ ਹੋਣਾ ਚਾਹੀਦਾ ਹੈਗਾ। ਅਤੇ ਲਗਭਗ ਕਹਿੰਦੇ 85% ਹੈ ਜਿਹੜਾ ਉਹ ਕਾਮਨ ਹੋਣਾ ਚਾਹੀਦਾ ਸਾਰੀਆਂ ਟੈਕਸਟ ਬੁੱਕਸ ਦੇ ਵਿੱਚ, ਕਿਉਂਕਿ ਅਲੱਗ-ਅਲੱਗ ਆਥਰਸ ਦੀਆਂ ਵੀ ਹੁੰਦੀਆਂ ਨੇਗੀਆਂ, ਹੈ ਨਾ। ਅਤੇ ਫਸਟ ਵਨ ਇਜ਼ ਕੰਟੈਂਟ। ਸੈਕਿੰਡ ਇਜ਼ ਔਰਗਨਾਈਜੇਸ਼ਨ। ਔਰਗਨਾਈਜੇਸ਼ਨ ਮਤਲਬ ਹੁਣ ਉਹਨੂੰ ਰੱਖਿਆ ਕਿਸ ਤਰੀਕੇ ਨਾਲ ਗਿਆ। ਜਿਵੇਂ ਹੁਣ ਤੁਸੀਂ ਦੇਖੋ, ਜੇ ਸਭ ਤੋਂ ਪਹਿਲਾਂ ਸਾਇੰਸ ਦੀ ਟੈਕਸਟ ਬੁੱਕ ਦੇ ਵਿੱਚ ਸਭ ਤੋਂ ਟਫ ਚੈਪਟਰ ਪਾ ਦੇਣ, ਸਪੋਜ਼, ਹੈ ਨਾ, 10th ਵਾਲਿਆਂ ਨੂੰ ਬਾਇਓਲੋਜੀ ਟਫ ਲੱਗਦੀ ਹੁੰਦੀ ਸੀ, ਆਪਾਂ ਜਦੋਂ 10th ਕਲਾਸ ਹੁੰਦੀ, ਜੇ ਪਹਿਲਾ ਚੈਪਟਰ ਹੀ ਬਾਇਓ ਦਾ ਹੋਵੇ ਤਾਂ ਆਪਣਾ ਇੰਟਰਸਟ ਹੀ ਨਹੀਂ ਬਣੂਗਾ। ਤਾਂ ਉਹ ਸਾਈਕੋਲੋਜੀਕਲ ਸੀਕੁਐਂਸ ਹੋਣਾ ਚਾਹੀਦਾ ਹੈਗਾ। ਸਾਈਕੋਲੋਜੀਕਲ ਸੀਕੁਐਂਸ ਮਤਲਬ ਸਿੰਪਲ ਟੂ ਕੰਪਲੈਕਸ, ਨੋਨ ਟੂ ਅਨਨੋਨ, ਜਿਹੜੇ ਆਪਾਂ ਟੀਚਿੰਗ ਦੇ ਉਹ ਪੜ੍ਹਦੇ ਹੁੰਦੇ ਹਾਂ, ਮੈਕਸੀਮਸ ਪੜ੍ਹਦੇ ਆਂਗੇ, ਹੈ ਨਾ, ਨੋਨ ਟੂ ਅਨਨੋਨ, ਸਿੰਪਲ ਟੂ ਕੰਪਲੈਕਸ, ਕੰਕਰੀਟ ਟੂ ਐਬਸਟਰੈਕਟ, ਉਹ ਸਾਰੇ ਫੋਲੋ ਹੋਣੇ ਚਾਹੀਦੇ ਆ ਸਿਲੇਬਸ ਦੇ ਵਿੱਚ। ਅਤੇ ਸਾਰਾ ਸਿਲੇਬਸ ਕਵਰ ਹੋਵੇ। ਅਤੇ ਕਹਿੰਦੇ ਐਟ ਦਾ ਐਂਡ ਆਫ ਈਚ ਯੂਨਿਟ ਦੇਅਰ ਸ਼ੁੱਡ ਬੀ ਅਸਾਈਨਮੈਂਟ। ਅਸਾਈਨਮੈਂਟਸ ਦੇ ਵਿੱਚ ਜਿਵੇਂ ਐਪਲੀਕੇਸ਼ਨ ਹੋ ਸਕਦੀਆਂ, ਸੈਲਫ ਅਸੈਸਮੈਂਟ ਟੈਸਟ ਹੁੰਦੇ ਆ, ਹੈ ਨਾ, ਕਿੰਨਾ ਕੁਛ ਫਿਲ ਇਨ ਦਾ ਬਲੈਂਕਸ, ਟਰੂ ਫਾਲਸ, ਈਵਨ ਕਿ ਹੌਟਸ ਵੀ ਦਿੱਤੇ ਹੁੰਦੇ ਨੇ ਬੱਚਿਆਂ ਨੂੰ ਕ੍ਰੀਏਟਿਵਿਟੀ ਨੂੰ ਡਿਵੈਲਪ ਕਰਨ ਦੇ ਲਈ। ਨੂਮੈਰੀਕਲ ਕੁਐਸਚਨਸ ਵੀ ਹੋਣੇ ਚਾਹੀਦੇ ਆ, ਕਹਿੰਦੇ ਜੇਕਰ ਨੈਸੈਸਰੀ ਆ। ਈਵਨ ਗਲੋਸਰੀ, ਜਿਹਦੇ ਵਿੱਚ ਮੀਨਿੰਗ ਆਫ ਵਰਡਸ, ਕਈ ਵਾਰੀ ਟੈਕਸਟ ਬੁੱਕ 'ਚ ਇੱਦਾਂ ਦੇ ਵਰਡਸ ਹੁੰਦੇ ਆ ਜਿਨ੍ਹਾਂ ਦਾ ਮੀਨਿੰਗ ਨਹੀਂ ਪਤਾ ਹੁੰਦਾ ਬੱਚਿਆਂ ਨੂੰ, ਤਾਂ ਉਹ ਐਂਡ 'ਤੇ ਹੋਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਈਜ਼ੀਲੀ ਸਮਝ ਆ ਜਾਵੇ, ਹੈ ਨਾ। ਹਿਸਟੋਰੀਕਲ ਡਿਵੈਲਪਮੈਂਟ ਆਫ ਸਾਇੰਸ, ਇਹ ਜ਼ਰੂਰੀ ਹੈ। ਸਾਇੰਸ ਆਈ ਕਿੱਥੋਂ ਸੀਗੀ, ਸਾਇੰਸ ਦਾ ਜਨਮ ਕਿੱਥੋਂ ਹੋਇਆ, ਇਹ ਸਾਰੀਆਂ ਚੀਜ਼ਾਂ ਸਾਇੰਸ ਟੈਕਸਟ ਬੁੱਕ 'ਚ ਹੋਣੀਆਂ ਜ਼ਰੂਰੀ ਨੇਗੀਆਂ, ਠੀਕ ਹੈ।
ਟੇਬਲ ਆਫ ਕੰਟੈਂਟ ਐਂਡ ਇੰਡੈਕਸ ਟੈਕਸਟ, ਜਿਹੜਾ ਸਟਾਰਟਿੰਗ ਦੇ ਵਿੱਚ ਲਿਖਿਆ ਹੋਣਾ ਚਾਹੀਦਾ ਪਹਿਲਾ ਚੈਪਟਰ ਕਿਹੜਾ, ਦੂਜਾ ਚੈਪਟਰ ਕਿਹੜਾ, ਪਹਿਲੇ ਚੈਪਟਰ ਦੇ ਵਿੱਚ 1.1 ਟੌਪਿਕ ਕਿਹੜਾ, 1.2 ਕਿਹੜਾ, ਕਿੰਨੇ ਪੇਜ ਨੰਬਰ 'ਤੇ ਆ, ਹੈ ਨਾ। ਹੈਡਿੰਗ ਸਬ ਹੈਡਿੰਗ ਬੋਲਡ ਹੋਣੇ ਚਾਹੀਦੇ ਨੇ। ਇਹ ਸਿੰਪਲ ਜਿਹੀਆਂ ਗੱਲਾਂ ਨੇਗੀਆਂ। ਇੰਪੋਰਟੈਂਟ ਪ੍ਰਿੰਸੀਪਲਸ ਨੇ ਜਿਹੜੇ ਉਹ ਇਟੈਲਿਕਸ ਦੇ ਵਿੱਚ ਹੋਣੇ ਚਾਹੀਦੇ ਨੇ, ਇਟੈਲਿਕ ਲੈਂਗੁਏਜ ਹੋਣੀ ਚਾਹੀਦੀ ਹੈਗੀ, ਹੈ ਨਾ। ਅਤੇ ਇੱਕ ਸਪਲੀਮੈਂਟਰੀ ਟੀਚਰ ਲਈ ਜ਼ਰੂਰ ਬਣੀ ਹੋਣੀ ਚਾਹੀਦੀ ਹੈਗੀ, ਜਿਹੜੇ ਟੀਚਰ ਫੋਲੋ ਕਰੂਗਾ। ਥਰਡ ਹੈਗਾ ਲਿਟਰੇਰੀ ਸਟਾਈਲ ਐਂਡ ਵੋਕੈਬਲਰੀ। ਲਿਟਰੇਰੀ ਸਟਾਈਲ ਹੈਜ਼ ਮਚ ਟੂ ਡੂ ਵਿਦ ਦਾ ਰੀਡੇਬਿਲਿਟੀ ਆਫ ਦਾ ਬੁੱਕ, ਮਤਲਬ ਕਿੰਨੀ ਕੁ ਈਜ਼ੀ ਆ ਰੀਡ ਕਰਨੀ। ਸਟਾਈਲ ਇਜ਼ ਡਿਫੀਕਲਟ ਟੂ ਜੱਜ। ਲੈਂਥ ਆਫ ਦਾ ਸੈਂਟੈਂਸਿਸ, ਕਈ ਵਾਰੀ ਇੰਨੇ ਲੰਬੇ ਲੰਬੇ ਸੈਂਟੈਂਸ ਦਿੱਤੇ ਹੁੰਦੇ ਆ, ਬੱਚਾ ਪੜ੍ਹਨ ਲੱਗੇ ਭੁੱਲ ਜਾਂਦਾ ਉਹ ਕੀ ਪੜ੍ਹ ਰਿਹਾ ਸੀ। ਡਾਇਰੈਕਟਨੈਸ ਆਫ ਸੈਂਟੈਂਸ, ਕਿ ਉਹ ਇੱਕੋ ਡਾਇਰੈਕਸ਼ਨ 'ਚ ਜਾ ਰਹੇ ਨੇਗੇ। ਨੰਬਰ ਆਫ ਆਈਡੀਆਜ਼ ਪਰ ਸੈਕਿੰਡ। यूज़ ऑफ लीड सेंटेंसेस और पैराग्राफ्स, है ना। प्रेजेंस और एबसेंस ऑफ इररेलीवेंट थॉट्स एंड कॉन्टीन्यूटी, मतलब कि ये सारिया चीज़ां होनियां चाहिए। कॉन्टीन्यूटी होनी चाहिए, इररेलीवेंट थॉट्स नहीं होने चाहिए, डायरैक्टनेस होनी चाहिए, सेंटेंसेस की लेंथ प्रॉपर होनी चाहिए, ईजी टू रीड होना चाहिए है, ठीक है। एलोस्ट्रेशन, एलोस्ट्रेशन मीनस एग्जाम्पल्स, ठीक है। तो उन्होंने क्वालिटी तो क्वांटिटी ज़्यादा होनी चाहिए हैगी। फोटोग्राफ्स क्लीयर होने चाहिए ने, डायग्राम्स अट्रैक्टिव होने चाहिए ने, जो कलर आ वो आई अपीलिंग होने चाहिए हैगे, ठीक है। फोटोग्राफ शुड भी हैव रिलेशन विद द कंटेंट। ये नहीं कि कोई भी फोटो ला देनी हैगी टैक्सट बुक के जो, मतलब फोटो वेख के क्लीयर हो जाए कि जो कंटेंट लिखा वो इस चीज़ बारे दस रहा होगा, ठीक है। नैक्सट इज टीचिंग एड्स। टेबल तो कंटेंट तो आपको पता है कॉम्प्रीहेंसिव भी होने चाहिए। ग्लॉसरी होगी वो भी एज ए टीचिंग एड ही यूज़ होगी ना, टीचर लिए भी यूज़ हो जूगी। एक्टिविटीज़ जी एंड ऑफ द चैप्टर च दित्तियां होंदियां ने कंटेंट के नाल रिलेटेड होनी चाहिए। ये सारियां टीचिंग एड्स ही हो जाएंगियां, ठीक है। मैकेनिकल मेकअप एंड अपीयरेंस, ये आ गई आउटर कवर आ गया वह आर्टिस्टिक कवर जोड़ा हो, है ना, अट्रैक्टिव होना चाहिए। ड्यूरेबिलिटी फॉर बाइंडिंग, कि अच्छी प्रॉपर बाइंडिंग हुई होगी, फटे ना ईजली बुक। साइज़ प्रॉपर होवे, पेपर की क्वालिटी वधिया होवे, लेंथ वधिया होवे, साइज़ वधिया होवे, अट्रैक्टिव होवे, जिहड़ा उहदा बाहरला डिज़ाइन है तो कलर है वो अपीलिंग, मतलब हाँ बच्चे नूं लगे कि मैं ये बुक पढ़नी है। एम्पल स्पेस होनी चाहिए हैगी लाइनस के विच, ताकि ईजली कंफर्टेबली बच्चा रीड कर सके। लास्ट वन इज़ ऑथरशिप। ओनली सच पर्सनस हू हैव एक्सपीरियंसिस ऑफ टीचिंग द सबजैक्ट शुड बी अलाउड टू बिकम द ऑथर्स ऑफ स्कूल साइंस टैक्सट बुक्स, राइट। तो जिन्होंने एक्सपीरियंस है, जिन्होंने पढ़ाया, जिन्होंने बहुत ज़्यादा तजर्बा है, जोड़े पुराने एक्सपर्ट्स ने, सिर्फ उन्होंने ही राइट होना चाहिए हैगा स्कूल दी साइंस टैक्सट बुक्स नूं राइट करन दा, लिखण दा, ठीक है। तो सर्टन क्वालिफिकेशनस भी प्रिस्क्राइब होनी चाहिए ने कि इन्ने सालों का एक्सपीरियंस होवे, पढ़िया जरूर होना चाहिए हैगा। उस तो बाद आंदा जी इंपॉर्टेंस की है साइंस टैक्सट बुक की। पहले गुड साइंस टैक्सट बुक फंक्शनस एज अ गाइड वाइल फ्रेमिंग द सिलेबस। तो एक वधिया टैक्सट बुक कहते आपां नूं एज ए गाइड काम करती हैगी कि तुसीं सिलेबस नूं किहड़े पार्ट्स दे विच डिवाइड करना है, किहड़ी यूनिट ज़्यादा इंपॉर्टेंट है, तो टैक्सट बुक नूं कहते उदों फॉलो करना चाहिए हैगा। Generally it is seen that textbooks are followed in the situation where other educational aids are not accessible because of different reasons। कई बारी की होंदा है जिवें स्पैशली गवर्नमेंट स्कूल्स कई जगह ते इत्थे जिथे अदर टीचिंग एड्स यूज़ ही नहीं हो सकदियां, अपन कोल असैसीबल ही नहीं, तो उत्थे टैक्सट बुक नूं ही आपां टीचिंग एड की तरह यूज़ कर देंगे, है ना। तो उहदी जिहड़ी इंपॉर्टेंस उदों पता लगदी हैगी। कोर्स ऑफ द साइंस गैट्स अ काइंड ऑफ यूनिटी थ्रू द हैल्प ऑफ सब टैक्सट बुक। तो जो साइंस का कोर्स है जो उन्होंने भी कहते एक यूनिटी, एक कोलैबोरेशन मिलती है, एक जगह तो कंटेंट सारा आपां नूं मिल जाता है। टैक्सट बुक प्लेज एन इंपॉर्टेंट रोल इन सप्लीमेंटिंग और एनरिचिंग द साइंस सिलेबस डिजाइन बाय द एक्सपर्ट्स, है ना जी। सपोज करो स्कूलों के टैक्सट बुक ही नहीं, साइंस टैक्सट बुक ही नहीं हैगी बच्चों को, तो उन्होंने किवें पता लगूगा कि टीचर की पढ़ा रहा, कित्थों पढ़ा रहा है ना। तो वैल्यू रजे एक टीचर लिए भी उन्नी हुई है तो एक स्टूडेंट लिए भी उन्नी है। टीचर को नहीं होगी तो टीचर को नहीं पता होगा कि पहला किहड़ा सिलेबस चैप्टर करावां, दूजा किहड़े नंबर ते आऊगा, है ना। तो इट इज़ हैल्पफुल फॉर बोथ टीचर एज वैल एज फॉर द स्टूडेंट्स। स्टूडेंट्स गैट फेमिलीयर विद द वाइड वेराइटी ऑफ एप्लीकेशन ऑफ साइंटिफिक नॉलेज, है ना। जो तो बच्चा टैक्सट बुक पढ़ूगा वो इन्नी एलस्ट्रेशनस देखूगा, एग्जाम्पल्स देखूगा, डेली लाइफ नाल जुड़ियां हुई, तो उन्होंने भी साइंटिफिक नॉलेज की एप्लीकेशन पता लगू कि साइंस कित्थे कित्थे काम आउंदी है, कित्थे कित्थे वो अपलाई कर सकता है।
The information must be imparted through the teacher in practical form, can be made understood by the students in written form through text books, है ना। ਵੇਖੋ ਹੁਣ ਮੈਂ ਸਿਰਫ ਤੁਹਾਨੂੰ ਪ੍ਰੈਕਟੀਕਲ ਨੌਲੇਜ ਦੇ ਰਹੀ ਹਾਂ, ਬੋਲ ਕੇ ਪੜ੍ਹਾ ਰਹੀ ਹਾਂ, ਬਟ ਜਿਹੜਾ ਕੰਟੈਂਟ ਲਿਖਿਆ ਹੋਇਆ ਦਿਸ ਇਜ਼ ਵਰਕਿੰਗ ਐਜ਼ ਲਾਈਕ ਅ ਟੈਕਸਟ ਬੁੱਕ, ਤਾਂ ਤੁਹਾਨੂੰ ਇੱਥੇ ਰਿਟਨ 'ਚ ਵੀ ਦੇਖਣ ਨੂੰ ਮਿਲ ਰਿਹਾ। ਸਿਮਿਲਰਲੀ ਵਿਦ ਦਾ ਕੇਸ ਆਫ ਸਾਇੰਸ ਟੈਕਸਟ ਬੁੱਕ ਇਨ ਸਕੂਲਸ, ਟੀਚਰ ਜਾ ਕੇ ਕੋਈ ਐਕਸਪੈਰੀਮੈਂਟ ਕਰਵਾ ਗਿਆ ਜਿਹੜਾ ਲਿਖਿਆ ਹੋਇਆ ਸੀ, ਤਾਂ ਬੱਚੇ ਨੇ ਜਦੋਂ ਉਹਨਾਂ ਨੂੰ ਘਰੇ ਜਾ ਕੇ ਰਿਵਾਈਜ਼ ਕਰਨਾ ਹੋਊਗਾ ਤਾਂ ਉਹ ਸਾਇੰਸ ਟੈਕਸਟ ਬੁੱਕ ਦੀ ਹੈਲਪ ਨਾਲ ਹੀ ਰਿਵਾਈਜ਼ ਕਰ ਸਕਣਗੇ, ਰਾਈਟ। It helps the students in retaining the information provided by the teacher for a longer period of time। ਉਹੀ ਗੱਲ ਜਿਹੜੀ ਆਪਾਂ ਪਹਿਲਾਂ ਰਿਪੀਟ ਕੀਤੀ ਹੈਗੀ ਕਿ ਬੱਚਿਆਂ ਨੂੰ ਵੀ ਰਿਟੇਨ ਕਰਨ ਦੇ ਵਿੱਚ ਈਜ਼ੀ ਹੁੰਦਾ ਕਿ ਹਾਂ ਮੈਮ ਨੇ ਇਹ ਪੜ੍ਹਾਇਆ ਸੀ ਜਾਂ ਸਰ ਨੇ ਇਹ ਪੜ੍ਹਾਇਆ ਸੀਗਾ, ਅਤੇ ਟੀਚਰ ਟਾਸਕ ਵੀ ਅਸਾਈਨ ਕਰ ਸਕਦਾ ਹੈ ਜਿਹੜਾ ਉਹਦੇ ਪਿੱਛੇ ਦਿੱਤਾ ਹੁੰਦਾ ਹੋਮਵਰਕ, ਹੈ ਨਾ, ਤਾਂ ਟੀਚਰ ਉਹ ਐਜ਼ ਏ ਮੀਨਿੰਗਫੁਲ ਹੋਮਵਰਕ ਵੀ ਦੇ ਸਕਦਾ ਹੈਗਾ। With the help of textbook, classroom discussions can be directed towards accurate conclusions। ਤਾਂ ਆਪਾਂ ਇੱਕ ਕਲਾਸਰੂਮ ਦੇ ਵਿੱਚ ਜਿਹੜੀ ਡਿਸਕਸ਼ਨ ਹੋ ਰਹੀ ਹੈ ਉਹਨੂੰ ਕੈਂਡ ਤੇ ਇੱਕ ਵਧੀਆ ਕਨਕਲੂਜਨ ਨਾਲ ਖ਼ਤਮ ਵੀ ਕਰ ਸਕਦੇ ਹਾਂਗੇ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਰਾਜੀ ਨੈਕਸਟ ਟੈਕਸਟ ਬੁੱਕ ਐਨਾਲਿਸਿਸ। ਤੁਹਾਡੇ ਸਿਲੇਬਸ ਦੇ ਵਿੱਚ 10th ਅਤੇ 12th 'ਚੋਂ ਕਿਸੇ ਵੀ ਬੁੱਕ ਦਾ ਐਨਾਲਿਸਿਸ ਕਰਨ ਨੂੰ ਕਿਹਾ, ਬਟ ਐਨਾਲਿਸਿਸ ਕਰਨ ਲਈ ਕ੍ਰਾਈਟੀਰੀਆ ਕੀ ਯੂਜ਼ ਹੁੰਦਾ ਗਾ, ਇਹ ਤੁਹਾਨੂੰ ਪੇਪਰ 'ਚ ਆਉਂਦਾ ਤਾਂ ਤੁਸੀਂ ਪਹਿਲਾਂ ਲਿਖੋਗੇ ਕਿ ਤੁਸੀਂ ਕਿਹੜਾ ਕ੍ਰਾਈਟੀਰੀਆ ਫੋਲੋ ਕੀਤਾ ਗਾ। ਵਾਈਲ ਡਿਊਰਿੰਗ ਦਾ ਟੈਕਸਟ ਬੁੱਕ ਐਨਾਲਿਸਿਸ some criteria should be taken into consideration। The analysis is made by considering the mechanical makeup and physical factor। First one mechanical makeup, ਆਪਾਂ ਉੱਤੇ ਵੀ ਪੜ੍ਹਿਆ ਕਿ ਟੈਕਸਟ ਬੁੱਕ ਦਾ ਕਵਰ ਕਿਵੇਂ ਦਾ, ਉਹਦੀ ਬਾਈਂਡਿੰਗ ਕਿਵੇਂ ਦੀ ਆ, ਉਹਦੇ 'ਚ ਕਲਰਸ ਕਿੱਦਾਂ ਦੀ ਯੂਜ਼ ਹੋਇਆ, ਡਾਇਗਰਾਮਸ ਕਿੱਦਾਂ ਦੀਆਂ ਬਣੀਆਂ। ਐਂਡ ਕੰਟੈਂਟ ਐਨਾਲਿਸਿਸ ਸੈਕਿੰਡ ਨੰਬਰ। ਕੰਟੈਂਟ ਐਨਾਲਿਸਿਸ 'ਚ ਆਊਗਾ ਕਿ ਪ੍ਰੋਪਰ ਟੇਬਲ ਬਣੇ ਹੋਏ ਨੇਗੇ, ਪ੍ਰੋਪਰ ਯੂਨਿਟਸ ਡਿਵਾਈਡ ਹੋਈਆਂ ਨੇ, ਲੈਵਲ ਸਾਈਕੋਲੋਜੀਕਲ ਲੈਵਲ ਦੇ ਅਕੋਰਡਿੰਗ ਪੇਪਰ ਮਤਲਬ ਚੈਪਟਰਸ ਡਿਵਾਈਡ ਹੋਏ ਨੇਗੇ, ਹੈ ਨਾ, ਇਹ ਸਾਰੀਆਂ ਚੀਜ਼ਾਂ। ਤਾਂ ਜਿਹ 'ਚ ਇਹਨਾਂ ਨੇ ਸਬ ਪੁਆਇੰਟ ਬਣਾਏ ਅੱਗੇ ਸਾਈਜ਼, ਕੁਆਲਿਟੀ ਦੇਖੋਗੇ, ਫਰੰਟ ਪੇਜ ਦੇਖੋਗੇ, ਪ੍ਰਿੰਟਿੰਗ ਦੇਖੋਗੇ ਤੁਸੀਂ, ਮਾਰਜਨ ਦੇਖੋਗੇ ਸਾਈਡ 'ਤੇ, ਬਾਈਂਡਿੰਗ, ਸਿਲੈਕਸ਼ਨ ਆਫ ਦਾ ਕੰਟੈਂਟ, ਪ੍ਰੈਜੈਂਟੇਸ਼ਨ, ਸਮਰੀ, ਇਵੈਲੂਏਸ਼ਨ, ਆਥਰਸ਼ਿਪ ਅਤੇ ਰੈਫਰੈਂਸ, ਜਿਹੜੇ ਪੁਆਇੰਟਸ ਆਪਾਂ ਉੱਤੇ ਕੀਤੇ ਸੀਗੇ, ਹੈ ਨਾ। ਇਵੈਲੂਏਟਿੰਗ ਐਂਡ ਚੂਜ਼ਿੰਗ ਅ ਟੈਕਸਟ ਬੁੱਕ, ਸਕੋਰ ਕਾਰਡ ਐਂਡ ਚੈੱਕਲਿਸਟ। ਇੱਕ ਆਪਾਂ ਸਕੋਰ ਕਾਰਡ ਜਾਂ ਚੈੱਕਲਿਸਟ ਬਣਾ ਲੈਂਦੇ ਹੁੰਦੇ ਹਾਂ ਕਿ ਜਿਸ 'ਚ ਆਪਾਂ ਟਿਕ ਲਗਾਉਂਦੇ ਰਹਾਂਗੇ, ਇਹ ਚੀਜ਼ ਸਹੀ ਹੈ, ਇਹ ਚੀਜ਼ ਇਸ ਚੀਜ਼ ਨੂੰ ਆਪਾਂ ਇੰਨੇ ਨੰਬਰ ਦੇ ਰਹੇ ਹਾਂ, ਇਸ ਚੀਜ਼ ਨੂੰ ਆਪਾਂ 5 ਦੇ ਰਹੇ ਹਾਂ, ਇਸ ਨੂੰ 4 ਦੇ ਰਹੇ ਹਾਂ, ਹੈ ਨਾ, ਲਾਈਕ ਦਿਸ। ਇਹ ਹਰ ਇੱਕ ਹੰਟਰ ਸਕੋਲਸ ਇੱਕ ਮਤਲਬ ਐਗਜ਼ਾਮਪਲ ਹੈਗੀ, ਉਹਨੇ ਐਜੂਕੇਸ਼ਨਲ ਰੈਂਕ ਆਫ ਦਾ ਆਥਰ ਮਤਲਬ ਕੀ ਕੁਆਲੀਫਿਕੇਸ਼ਨ ਸੀ ਉਹਨੂੰ ਜਿਵੇਂ 50 ਦਿੱਤੇ ਆ, ਮਕੈਨੀਕਲ ਮੇਕਅਪ ਅਤੇ ਟੈਕਸਟ ਬੁੱਕ ਨੂੰ 100 ਦਿੱਤੇ ਆ, ਸਾਈਕੋਲੋਜੀਕਲ ਨੂੰ 300 ਦਿੱਤੇ ਆ, ਸਬਜੈਕਟ ਮੈਟਰ ਨੂੰ 250, ਲਿਟਰੇਰੀ ਸਟਾਈਲ ਨੂੰ 110, ਲਰਨਿੰਗ ਐਕਸਰਸਾਈਜ਼ ਨੂੰ 140, ਟੀਚਰਸ ਦੀ ਹੈਲਪ ਨੂੰ 50, ਦਾ ਟੋਟਲ 1000 ਦਾ ਸਕੋਰ ਬੋਰਡ ਬਣਾਇਆ ਹੁੰਦਾ। ਇਹ ਤੁਸੀਂ ਬਣਾ ਸਕਦੇ ਹੋ ਪੇਪਰ ਦੇ ਵਿੱਚ ਐਜ਼ ਸੱਚ, ਹੰਟਰਸ ਸਕੋਰ ਕਾਰਡ ਪੇਂਟਸ, ਠੀਕ ਹੈ। ਅਤੇ ਇੱਕ ਵਧੀਆ ਕਰੈਕਟਰਿਸਟਿਕਸ ਸਾਇੰਸ ਟੈਕਸਟ ਬੁੱਕ ਦੇ ਕਰੈਕਟਰਿਸਟਿਕਸ ਇਹ ਆਪਾਂ ਉੱਤੇ ਵੀ ਪੜ੍ਹ ਲਿਆ ਪਹਿਲਾਂ। ਆਥਰ ਦਾ ਐਕਸਪੀਰੀਅੰਸ ਕੀ ਆ, ਕਿੰਨਾ ਕੁ ਐਫੀਸ਼ੀਐਂਟ ਅਤੇ ਐਕਸਪਰਟ ਹੈ, ਉਸ ਚੀਜ਼ ਤੋਂ ਪਤਾ ਲੱਗ ਜੂ। ਸਟਾਈਲ ਕਿਹੜਾ ਯੂਜ਼ ਹੋਇਆ, ਸਾਈਕੋਲੋਜੀਕਲ ਸਟਾਈਲ ਉਹੀ ਆ ਬੇਟਾ, ਜਿਵੇਂ ਮੈਂ ਬਾਰ-ਬਾਰ ਕਹਿ ਰਹੀ ਹਾਂ ਕਿ ਬੱਚੇ ਦੀ ਇੰਟਰਸਟ ਦੇ ਅਕੋਰਡਿੰਗ, ਲੈਵਲ ਦੇ ਅਕੋਰਡਿੰਗ, ਨੀਡ ਦੇ ਅਕੋਰਡਿੰਗ, ਸਿੰਪਲ ਟੂ ਕੰਪਲੈਕਸ, ਈਜ਼ੀ ਟੂ ਡਿਫੀਕਲਟ ਵਾਲਾ, ਠੀਕ ਹੈ। ਸਬਜੈਕਟ ਮੈਟਰ ਕਿੱਦਾਂ ਦਾ, ਕਿਊਰੀਓਸਿਟੀ ਡਿਵੈਲਪ ਕਰਨ ਵਾਲਾ ਹੈਗਾ ਕਿ ਨਹੀਂ ਹੈਗਾ, ਰੈਪੀਟੇਸ਼ਨ ਕਿੰਨੀ ਕੁ ਹੋਈ ਹੈ ਸਬਜੈਕਟ ਮੈਟਰ ਦੀ, ਸਬਜੈਕਟ ਮੈਟਰ ਅਕੋਰਡਿੰਗ ਟੂ ਏਜ, ਲੈਵਲ ਐਂਡ ਗਰੋਥ, ਰਿਲੇਟਡ ਟੂ ਲਾਈਫ, ਮੈਟਰ ਇੰਟਰ ਰਿਲੇਟਡ ਹੈਗਾ ਆਪਸ ਦੇ ਵਿੱਚ, ਚੈਪਟਰਸ ਦੇ ਵਿੱਚ ਕੋਆਰਡੀਨੇਸ਼ਨ ਹੈਗਾ ਨਹੀਂ ਹੈਗਾ। ਇਹ ਜੇ ਸਾਰੀਆਂ ਚੀਜ਼ਾਂ ਹੈਗੀਆਂ ਤਾਂ ਉਹ ਇੱਕ ਵਧੀਆ ਟੈਕਸਟ ਬੁੱਕ ਦੀ ਕੀ ਆ ਕਰੈਕਟਰਿਸਟਿਕਸ ਹੈਗੀਆਂ। ਸੋ ਦਿਸ ਇਜ਼ ਆਲ ਅਬਾਊਟ ਦਾ ਸਾਇੰਸ ਟੈਕਸਟ ਬੁੱਕ। ਆਈ ਹੋਪ ਤੁਹਾਨੂੰ ਕੰਸੈਪਟ ਕਲੀਅਰ ਹੋ ਗਿਆ ਹੋਊਗਾ। ਸਟਿਲ ਕੋਈ ਡਾਊਟ ਹੋਇਆ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ। ਇਫ ਯੂ ਆਰ ਵਿਜ਼ਿਟਿੰਗ ਫਸਟ ਟਾਈਮ ਔਨ ਮਾਈ ਚੈਨਲ, ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਥੈਂਕ ਯੂ।